ਸੜਕਾਂ ਦੇ ਉੱਤੇ ਮਿਹਨਤ ਬਹੁਤ ਲੋਕ ਕਰ ਰਹੇ ਨੇ, ਬਹੁਤ ਸਾਰੇ ਸਟਾਲ ਲੱਗਦੇ ਨੇ, ਬਹੁਤ ਸਾਰੀਆਂ ਰੇਹੜੀਆਂ ਲੱਗਦੀਆਂ ਨੇ, ਪਰ ਉਹਦੇ 'ਚ ਸਾਡੇ ਪੰਜਾਬੀ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੈ। ਪੰਜਾਬੀ ਨੌਜਵਾਨ ਦੀ ਆਪਾਂ ਕੰਮ ਨੂੰ ਛੋਟਾ ਸਮਝਦੇ ਆ, ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ ਵੀ ਠੀਕ ਆ ਜੀ, ਵੀ ਚੱਲ ਗਿਆ। ਇੱਕ ਪੰਜਾਬੀ ਕਿਤੇ ਮਿਲੇਗਾ ਤਾਂ 10 ਪ੍ਰਵਾਸੀ ਹੋਣਗੇ, ਉਹ ਕੰਮ ਕਰਦੇ, ਸ਼ਰਮ ਨਹੀਂ ਕਰਦੇ। ਕਿਸੇ ਵੀ ਹੋਰ ਕੰਟਰੀ 'ਚ ਜਾਂਦੇ ਆ, ਉੱਥੇ ਸਾਨੂੰ ਕੋਈ ਸ਼ਰਮ ਨਹੀਂ, ਉੱਥੇ ਅਸੀਂ ਵੈਂਡਿੰਗ ਵੀ ਕਰਦੇ ਆ, ਉੱਥੇ ਅਸੀਂ ਡਿਲੀਵਰੀ ਬॉय ਵੀ ਬਣਦੇ ਆ, ਸਾਰਾ ਕੰਮ ਕਰਦੇ ਹੈਗੇ। ਇੱਥੇ ਸਾਨੂੰ ਸ਼ਰਮ ਹੈ। ਮੈਨੂੰ ਕਈਆਂ ਨੇ ਕਿਹਾ ਵੀ ਲੋਕ ਕੀ ਕਹਿਣਗੇ, ਮੈਂ ਕਿਹਾ ਵੀ ਜਿਹੜੇ ਕੁਝ ਕਹਿਣਗੇ ਉਹ ਮੈਨੂੰ, ਮੇਰਾ ਜਿੰਨਾ ਮਹੀਨੇ ਦਾ ਖਰਚਾ ਹੁੰਦਾ ਮੈਨੂੰ ਦੇ ਜਾਣ, ਆਪਾਂ ਘਰੇ ਬਹਿ ਜਾਂਦੇ ਆ। ਸ਼ੁਰੂ ਦੇ ਵਿੱਚ ਤਾਂ ਬਹੁਤ ਵਧੀਆ ਕੁਆਲਿਟੀ ਦਿੰਨੇ ਆ, ਕੁਆਂਟੀਟੀ ਵੀ ਦਿੰਨੇ ਆ ਜੀ, ਪਰ ਜਦੋਂ 4 ਗਾਹਕ ਆਉਣ ਲੱਗ ਪੈਂਦੇ ਨੇ, ਕੰਮ ਚੱਲਣ ਲੱਗ ਪੈਂਦਾ, ਤਾਂ ਫਿਰ ਕੁਆਲਿਟੀ ਜਿਹੜੀ ਹੈ ਨਾ ਉਹ ਥੋੜੀ ਘਟਣ ਲੱਗ ਪੈਂਦੀ ਹੈ। ਜੇਬ ਦੇ ਵਿੱਚ ਪੈਸਾ ਨਹੀਂ ਹੁੰਦਾ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਹੁੰਦਾ, ਤਾਂ ਅਸੀਂ ਦੇਖਦੇ ਹਾਂ ਕਿ ਲੋਕ ਖੁਦਕੁਸ਼ੀਆਂ ਕਰਨ ਬਾਰੇ ਸੋਚਦੇ ਨੇ, ਲੋਕ ਜ਼ਿੰਦਗੀ ਤੋਂ ਅੱਕ ਜਾਂਦੇ ਨੇ। ਜਿਹੜਾ ਮਰਨਾ ਹੈ ਖੁਦਕੁਸ਼ੀ ਵਾਲਾ ਜਾਂ ਸੁਸਾਈਡ ਵਾਲਾ ਸਟੈਪ ਹੈ ਜੀ, ਉਹ ਤਾਂ ਜ਼ਿੰਮੇਵਾਰੀ ਤੋਂ ਭੱਜਣਾ ਹੈ, ਉਹ ਤਾਂ ਕਾਇਰਤਾ ਹੈ। ਇੰਨੀ ਪੜ੍ਹਾਈ ਕੀਤੀ ਹੈ, MA ਉਰਦੂ ਕੀਤੀ ਹੈ, ਡਬਲ MA ਹੋ, ਇੰਨੇ ਟੈਸਟ ਵੀ ਦਿੱਤੇ ਨੇ, ਇੰਨੀ ਮਿਹਨਤ ਵੀ ਕੀਤੀ ਹੈ, ਤੇ ਕੋਈ ਨੌਕਰੀ ਨਹੀਂ ਹੱਥ ਲੱਗੀ। ਆਪਾਂ ਇਹ ਭੁੱਲ ਜਾਂਦੇ ਵੀ ਪੱਕੀ ਨੌਕਰੀ ਉਮਰ ਦੀਆਂ ਰੋਟੀਆਂ, ਸਾਡੇ ਮਨ 'ਚ ਇਹ ਚੀਜ਼ ਬਹਿ ਜਾਂਦੀ ਹੈ। ਪਰ ਆਪਾਂ ਜਦੋਂ ਨੌਕਰੀ ਲੈਂਦੇ ਆ, ਇੱਕ ਐਗਰੀਮੈਂਟ ਵੀ ਨਾਲ ਸਾਈਨ ਹੁੰਦਾ ਸਰਕਾਰ ਦੇ ਨਾਲ ਵੀ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਹੈ, ਸਰਕਾਰ ਫੇਰ ਬਦਲ ਕਰ ਸਕਦੀ ਹੈ, ਜਦ ਚਾਹੇ ਤੁਹਾਨੂੰ ਬਾਏ ਹੋ ਸਕਦੀ। ਮੇਰਾ ਘਰ ਟੁੱਟਿਆ ਹੋਇਆ ਜਿੱਥੇ ਸਾਡਾ ਪਿੰਡ ਦਾ ਮਕਾਨ ਹੈ, ਮੈਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਜਿਹੜਾ ਆਵਾਸ ਯੋਜਨਾ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਜੀ ਸ਼ਰਤ ਹੈ ਜੀ ਤੁਹਾਡੇ ਘਰ ਫਰਿੱਜ ਹੈ ਤਾਂ ਵੀ ਤੁਸੀਂ ਐਲੀਜੀਬਲ ਨਹੀਂ ਹੈਗੇ ਜੀ। ਸਤਿ ਸ਼੍ਰੀ ਅਕਾਲ, ਪ੍ਰਾਈਮ ਏਸ਼ੀਆ TV ਦੇ ਨਾਲ ਤੁਸੀਂ ਬਣੇ ਹੋਏ ਹੋ, ਮੈਂ ਹਾਂ ਸੁਖ ਸੋਹਲ। ਸੋ ਕਰੋਨਾ ਮਹਾਮਾਰੀ ਦੇ ਚੱਲਦੇ ਦੌਰ ਭਾਵੇਂ ਨਿਰਾਸ਼ ਕਰਨ ਵਾਲਾ ਹੈ, ਪਰ ਇਸ ਸਮੇਂ ਦੇ ਦੌਰਾਨ, ਇਸ ਦੌਰ ਦੇ ਦੌਰਾਨ ਵੀ ਅਸੀਂ ਕੁਝ ਅਜਿਹੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆਏ ਜੋ ਸਾਨੂੰ ਹੌਸਲਾ ਦਿੰਦੀਆਂ ਨੇ, ਸਾਨੂੰ ਮਿਹਨਤ ਕਰਨ ਦੇ ਲਈ ਮੋਟੀਵੇਟ ਕਰਦੀਆਂ ਨੇ। ਫਿਰ ਚਾਹੇ ਉਹ ਕਹਾਣੀ ਟਾਂਡੇ ਦੇ ਨੇੜੇ ਪਿੰਡ ਦਰਿਆਵਾਲ ਦੇ ਕਿਸਾਨ ਸੁੱਖੇ ਦੀ ਕਿਉਂ ਨਾ ਹੋਵੇ, ਜੋ ਆਪ ਫਸਲ ਉਗਾ ਕੇ ਆਪ ਵੇਚ ਰਿਹਾ ਹੈ, ਸਬਜ਼ੀ ਵੇਚ ਰਿਹਾ ਹੈ, ਤੇ ਚਾਹੇ ਉਹ ਕਹਾਣੀ ਖਰੜ ਦੇ ਵਿੱਚ ਕੜੀ ਚੌਲ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹਰਜੀਤ ਢਿੱਲੋਂ ਦੀ ਕਿਉਂ ਨਾ ਹੋਵੇ, ਤੇ ਜਾਂ ਫਿਰ ਉਹ ਕਹਾਣੀ ਮੋਹਾਲੀ ਦੇ ਵਿੱਚ ਲੋਟੇ ਬ੍ਰਦਰਸ ਦੀ ਕਿਉਂ ਨਾ ਹੋਵੇ, ਜਿਹੜੇ ਕਿ ਆਪਣਾ ਕਾਰੋਬਾਰ ਠੱਪ ਹੋਣ ਤੋਂ ਬਾਅਦ ਇੱਕ ਨਵਾਂ ਕਾਰੋਬਾਰ ਸ਼ੁਰੂ ਕਰ ਚੁੱਕੇ ਨੇ। ਸੋ ਅੱਜ ਇੱਕ ਅਜਿਹੀ ਹੋਰ ਮੋਟੀਵੇਸ਼ਨਲ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਨੌਜਵਾਨ ਸਨੀ ਸਿੰਘ ਹੋਣਾ ਦੀ ਡਬਲ MA ਨੇ, ਬਹੁਤ ਸਾਰੀਆਂ ਨੌਕਰੀਆਂ ਵੀ ਕੀਤੀਆਂ ਤੇ ਬਹੁਤ ਸਾਰੀ ਮਿਹਨਤ ਵੀ ਜ਼ਿੰਦਗੀ ਦੇ ਵਿੱਚ ਕੀਤੀ, ਪਰ ਇਸ ਕਰੋਨਾ ਦੀ ਮਹਾਮਾਰੀ ਨੇ ਸਭ ਕੁਝ ਠੱਪ ਕਰ ਦਿੱਤਾ। ਤਾਂ ਸਨੀ ਸਿੰਘ ਨੇ ਵੀ ਹਿੰਮਤ ਹਾਰਨ ਦੀ ਬਜਾਏ ਇੱਕ ਨਵਾਂ ਕਾਰੋਬਾਰ ਕਰਨ ਦੀ ਸੋਚੀ, ਆਪਣੀ ਕਿਸਮਤ ਦੀ ਕਹਾਣੀ ਜਿਹੜੀ ਹੈ ਆਪ ਖੁਦ ਲਿਖਣ ਦੀ ਸੋਚੀ, ਤੇ ਅੱਜ ਚੰਡੀਗੜ੍ਹ ਦੇ ਨੇੜੇ ਪਿੰਡ ਕਸਬਾ ਮੁੱਲਾਪੁਰੇ, ਜਿੱਥੇ ਅੱਜ ਸਨੀ ਸਿੰਘ ਕੜੀ ਚੌਲ, ਰਾਜਮਾ ਚੌਲ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ। ਸੋ ਸਨੀ ਜੀ, ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ TV ਦੇ ਉੱਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਜਿਵੇਂ ਮੈਂ ਗੱਲ ਕੀਤੀ, ਡਬਲ MA ਹੋ, ਪੜ੍ਹੇ ਲਿਖੇ ਹੋ, ਪਰ ਇਸ ਦੌਰ ਦੇ ਵਿੱਚ ਜਿਵੇਂ ਕਿ ਹੋਰ ਹਜ਼ਾਰਾਂ ਲੱਖਾਂ ਨੌਜਵਾਨ ਆਪਣੀਆਂ ਨੌਕਰੀਆਂ ਗਵਾ ਚੁੱਕੇ ਨੇ, ਕਾਰੋਬਾਰ ਠੱਪ ਹੋ ਚੁੱਕੇ ਨੇ, ਤੁਸੀਂ ਵੀ ਨਿਰਾਸ਼ ਹੋਣ ਦੀ ਜਗ੍ਹਾ ਨਵਾਂ ਕਾਰੋਬਾਰ ਸ਼ੁਰੂ ਕੀਤਾ। ਸੋ ਇਹ ਕਹਾਣੀ ਕਦੋਂ ਤੋਂ ਸ਼ੁਰੂ ਹੋਈ, ਕਿਵੇਂ ਆਇਆ ਦਿਮਾਗ ਦੇ ਵਿੱਚ ਕਿ ਹੁਣ ਨੌਕਰੀ ਤਾਂ ਨਹੀਂ ਹੈ, ਹੁਣ ਕੋਈ ਕਾਰੋਬਾਰ ਨਹੀਂ ਹੈ ਕਰਨ ਨੂੰ, ਤਾਂ ਕਿਉਂ ਨਾ ਅਜਿਹਾ ਕੰਮਕਾਰ ਸ਼ੁਰੂ ਕੀਤਾ ਜਾ ਸਕੇ ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋਵੇ, ਤੇ ਇਹ ਕਾਰੋਬਾਰ ਤੁਸੀਂ ਚੁਣਿਆ। ਤੇ ਕਹਾਣੀ ਕਦੋਂ ਸ਼ੁਰੂ ਹੋਈ? ਇਹ ਲੋਕਡਾਊਨ ਤੋਂ ਬਾਅਦ ਦੀ ਕਹਾਣੀ ਹੈ ਜੀ। ਲੋਕਡਾਊਨ ਤੋਂ ਬਾਅਦ ਜਦੋਂ ਮੈਂ ਵਾਪਸ ਚੰਡੀਗੜ੍ਹ ਵਾਪਸ ਆਇਆ ਤਾਂ ਆ ਕੇ ਮੈਂ ਦੇਖਿਆ ਵੀ ਹੁਣ ਪੁਰਾਣਾ ਕੰਮ ਤਾਂ ਬੰਦ ਹੋ ਚੁੱਕਾ ਸੀਗਾ, ਵੀ ਕੁਝ ਹੋਰ ਇਹੋ ਜਿਹਾ ਕੰਮ ਕੀਤਾ ਜਾਵੇ ਜਿਹਦੇ ਵਿੱਚ ਪੜ੍ਹਨ ਲਈ ਵੀ ਟਾਈਮ ਬਚ ਜਾਏ ਜੀ, ਤੇ ਜਿਹਦੇ ਵਿੱਚ ਮੇਰੇ ਕੋਲ ਪੜ੍ਹਨ ਲਈ ਵੀ ਟਾਈਮ ਬਚ ਜਾਏ ਤੇ ਮੈਂ ਕੰਮ ਵੀ ਕਰ ਸਕਾਂ, ਇੱਕ ਟਾਈਮ ਹੋਵੇ ਪੜ੍ਹਨ ਪੜ੍ਹਾਉਣ ਦਾ, ਕਿਉਂਕਿ ਮੈਂ ਟੀਚਰ ਰਿਹਾ, ਸਟੂਡੈਂਟ ਰਿਹਾ, ਤਾਂ ਪੜ੍ਹਨ ਤੇ ਲਿਖਣ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੈ ਜੀ। ਉਹ ਮੈਂ ਕੰਮ ਉਹ ਤੋਂ ਬਿਨਾਂ ਨਹੀਂ ਰਹਿ ਸਕਦਾ, ਤੇ ਕੁਝ ਹੋਰ ਵੀ ਟਰਾਈ ਕੀਤਾ, ਕਿਤੇ ਕੰਮ ਕਰਦਾ, ਕਿਉਂਕਿ ਹੁਣ ਇਹ ਤੋਂ ਬਾਅਦ ਕਈ ਸਾਰੇ ਕੰਮ ਸੀ ਜਿਹੜੇ ਨਹੀਂ ਮਿਲਦੇ, ਸੈਲਰੀਆਂ ਵੀ ਘੱਟ ਤੇ ਆ ਗਈਆਂ। ਫਿਰ ਮੈਂ ਸੋਚਿਆ ਇਹੋ ਜਿਹਾ ਕੰਮ ਹੋਵੇ ਜਿਹਦੇ ਨਾਲ ਵੀ ਮੈਂ ਆਪਣਾ ਖਰਚਾ ਵੀ ਚਲਾ ਸਕਾਂ ਤੇ ਕੰਮ ਹੋਵੇ। ਫਿਰ ਮੈਂ ਕੜੀ ਚੌਲ ਦਾ ਜਾਂ ਇਸ ਲੰਚ ਦਾ ਕੰਮ ਸੋਚਿਆ ਕਿ ਲੰਚ ਦਾ ਇੱਕ ਲਿਮਟਡ ਟਾਈਮ ਦਾ ਕੰਮ ਹੈਗਾ ਤੇ ਉਹ ਮੈਂ ਕਰ ਸਕਦਾ ਤੇ ਆਪਣਾ ਗੁਜ਼ਾਰਾ ਕਰ ਸਕਦਾ ਜੀ। ਸੋ ਇੱਕ ਚਿੱਠੀ ਵੀ ਬੜੀ ਵਾਇਰਲ ਹੋ ਰਹੀ ਹੈ, ਈਮੇਲ ਵਾਇਰਲ ਹੋ ਰਹੀ ਹੈ ਤੁਹਾਡੀ, ਕਿ ਇਸ ਤੋਂ ਪਹਿਲਾਂ ਮੋਹਾਲੀ ਦੇ ਵਿੱਚ ਤੁਸੀਂ ਇਹ ਆਪਣਾ ਸਟਾਲ, ਇਹ ਗੱਡੀ ਲੈ ਕੇ ਜਾਂਦੇ ਸੀ, ਪਰ ਉੱਥੇ ਤੁਹਾਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਕਿ ਤੁਸੀਂ ਲਾਇਸੈਂਸ ਲੈ ਕੇ ਆਓ, ਤੇ ਆਖਿਰਕਾਰ ਤੁਸੀਂ ਮੁੱਲਾਪੁਰ ਦੇ ਵਿੱਚ ਆ ਗਏ। ਕੀ ਉਹ ਕਹਾਣੀ ਕੀ ਸੀ? ਕਿੰਨਾ ਕੁ ਤੁਹਾਨੂੰ ਉੱਥੇ ਡਰਾਇਆ ਧਮਕਾਇਆ ਗਿਆ? ਕੀ ਵਜ੍ਹਾ ਸੀ ਕਿ ਤੁਹਾਨੂੰ ਉੱਥੇ ਸਟਾਲ ਨਹੀਂ ਲਾਉਣ ਦਿੱਤਾ ਗਿਆ?
ਮੋਹਾਲੀ ਦੇ ਵਿੱਚ ਵੱਡਾ ਸ਼ਹਿਰ ਹੋਣ ਕਰਕੇ ਕਈ ਜਗ੍ਹਾ ਤੇ ਟਰਾਈ ਕੀਤਾ ਸੀਗਾ ਜੀ। ਪਹਿਲੇ ਦਿਨ ਅਸੀਂ ਪੰਜਾਬ ਬੋਰਡ ਦੇ ਬਾਹਰ ਖੜੇ, ਕਈ ਜਗ੍ਹਾ ਵੱਖ ਥਾਵਾਂ ਤੇ ਖੜੇ, ਪਰ ਉੱਥੇ ਕੋਈ ਜ਼ਿਆਦਾ ਸੇਲ ਨਹੀਂ ਸੀ। ਸਮਾਨ ਵਾਪਸ ਆਉਂਦਾ ਰਿਹਾ ਤੇ ਆ ਕੇ ਘਰ ਦੇ ਵੀ ਨਿਰਾਸ਼ ਹੁੰਦੇ ਸੀ। ਫਿਰ ਅਸੀਂ ਸੋਚਿਆ ਵੀ ਘਰ ਦੇ ਨਿਰਾਸ਼ ਹੁੰਦੇ, ਸਮਾਨ ਵੰਡ ਕੇ ਆਉਂਦੇ ਰਹੇ, ਪਰ ਹੁਣ ਇੰਨਾ ਜ਼ਿਆਦਾ ਦੇਰ ਨਹੀਂ ਸੀ ਵੰਡ ਕੇ ਆ ਸਕਦੇ ਸੀਗੇ। ਫਿਰ ਮੈਂ ਸੋਚਿਆ ਕਿ ਕੰਮ ਕਿੱਥੇ ਕਰੀਏ, ਜਾਂ ਮੇਨ ਅੱਡਾ ਸੀਗਾ ਅਸੀਂ ਉੱਥੇ ਰਿਕੁਐਸਟ ਕੀਤੀ ਸੀ ਪਹਿਲਾਂ ਵੀ ਸਾਨੂੰ ਖੜਨ ਦੀ। ਉਹ ਕਹਿੰਦੇ ਨਹੀਂ, ਲਾਇਸੈਂਸ ਲੈ ਕੇ ਆਓ, ਸਾਡੇ ਕੋਲ ਲਾਇਸੈਂਸ ਹੈਗਾ। ਤੇ ਉਹਨਾਂ ਕੋਲ ਫਿਰ ਅਸੀਂ ਰਿਕੁਐਸਟ ਕਰਕੇ ਦੁਬਾਰਾ ਇੱਕ ਦਿਨ ਖੜ ਗਏ। ਉਸ ਦਿਨ ਸਾਡਾ ਸਾਰਾ ਸਮਾਨ ਵਿਕ ਗਿਆ 20 ਮਿੰਟ ਦੇ ਵਿੱਚ, ਜਿਹੜਾ ਸਾਡਾ ਕਿਸੇ ਹੋਰ ਜਗ੍ਹਾ ਤੇ 2.5-3 ਘੰਟੇ 'ਚ ਵੀ ਨਹੀਂ ਵਿਕਦਾ ਸੀਗਾ। ਤੇ ਮੈਨੂੰ ਲੱਗਿਆ ਕਿ ਹਾਂ, ਮੇਨ ਅੱਡਾ ਜਿਹੜਾ ਉਹ ਇਹੀ ਹੈਗਾ, ਇੱਥੇ ਕੰਮ ਕਰਦਾ। ਪਰ ਉੱਥੇ ਜਿਹੜਾ ਉਹਦਾ ਵੈਂਡਰ ਯੂਨੀਅਨ ਦਾ ਪ੍ਰਧਾਨ ਸੀ, ਉਹ ਕਹਿੰਦਾ ਲਾਇਸੈਂਸ ਲੈ ਕੇ ਆਓ ਫਿਰ ਹੀ ਕੰਮ ਹੋਏਗਾ। ਤੇ ਅੱਗੇ ਤੋਂ ਫਿਰ ਉਹਨਾਂ ਨੇ ਖੜ ਨਹੀਂ ਦਿੱਤਾ। ਉਹ ਕਹਿੰਦੇ ਅੱਜ ਦਾ ਦਿਨ ਲਗਾ ਲਓ, ਫਿਰ ਤੁਸੀਂ ਸਾਈਡ ਤੇ ਲਗਾ ਲਓ ਜੀ ਕਿਤੇ। ਸਾਈਡ ਤੇ ਜਿਹੜੀਆਂ ਹੋਰ ਥਾਵਾਂ ਦੱਸ ਰਹੇ ਸੀਗੇ, ਉੱਥੇ 3-3 4-4 ਵੈਂਡਰ ਖੜੇ ਸੀ। ਮੈਂ 50-50 60-60 ਕਿਲੋਮੀਟਰ ਗੱਡੀ ਘੁਮਾ ਕੇ ਚੱਲ ਕੇ ਕਿਤੇ ਇੱਥੇ ਖੜਾ ਆਂਦੇ ਘੁੰਮਦਾ ਰਿਹਾ। ਤੇ ਇਹ ਫਿਰ ਮੁੜ ਕੇ ਫਿਰ ਮੈਂ ਇੱਥੇ ਆ ਗਿਆ ਜੀ ਇੱਕ ਦਿਨ। ਅੱਛਾ, ਨਾਂ ਜਿਹੜਾ ਨਾ ਤੁਸੀਂ ਬੜਾ ਇੰਟਰਸਟਿੰਗ ਜਿਹਾ ਰੱਖਿਆ, ਕਿਉਂਕਿ ਮੈਂ ਪੜ੍ਹ ਰਿਹਾ ਸੀ ਕਿ ਨਾਨੀ ਦੀ ਕੜੀ ਤੇ ਰਾਜਮਾ ਤੇ ਸਰੋਂ ਦੇ ਤੇਲ ਦੇ ਵਿੱਚ ਤਿਆਰ ਕੀਤਾ ਗਿਆ ਸਮਾਨ ਹੈ ਨਾ ਜੀ। ਇਹ ਨਾਮ ਕਿਉਂ ਚੁਣਿਆ? ਨਾਨੀ ਦੀ ਕੜੀ ਦਾ ਕੀ ਲਾਈਕ ਸੰਬੰਧ ਕੀ ਹੈ? ਨਾਨੀ ਅਸਲ 'ਚ ਇਹ ਮੇਰੀ ਬੇਟੀ ਦੀ ਨਾਨੀ ਹੈ ਜੀ, ਮੇਰੀ ਸੱਸ ਹੈ, ਜਿਹੜਾ ਸਤਵਿੰਦਰ ਕੌਰ ਉਹਨਾਂ ਦਾ ਨਾਮ ਹੈ। ਠੀਕ ਹੈ ਜੀ। ਉਹਨਾਂ ਦੀ ਰੈਸਪੀ ਸੀਗੀ। ਤੇ ਕਿਉਂਕਿ ਇੱਥੋਂ ਜਦੋਂ ਵਾਪਸ ਆਇਆ, ਮੇਰੀ ਵਾਈਫ ਵੀ ਬਿਮਾਰ ਹੋ ਗਈ ਸੀਗੀ, ਤੇ ਉਹਨਾਂ ਦੀ ਦੇਖਭਾਲ ਕਰਨ ਲਈ ਉਹਨਾਂ ਦੀ ਮਦਰ ਇਨ ਲਾਅ ਮੇਰੇ ਨਾਲ ਆਏ ਸੀਗੇ, ਮੇਰੀ ਸੱਸ ਇੱਥੇ ਆਏ ਸੀ। ਤੇ ਉਹਨਾਂ ਕੋਲ ਪਿੰਡ ਦੀ ਰੈਸਪੀ ਹੈਗੀ, ਕਿਉਂਕਿ ਚੁੱਲ੍ਹੇ ਤੇ ਖਾਣਾ ਬਣਾਉਂਦੇ ਆ, ਉਹਨਾਂ ਦਾ ਤਰੀਕਾ ਪਤਾ। ਕਿਉਂਕਿ ਮੈਂ ਪਹਿਲਾਂ ਵੀ ਉਹਨਾਂ ਦੇ ਖਾਧਾ ਹੋਇਆ ਖਾਣਾ ਹੱਥ ਦਾ, ਚਾਹੇ ਮਿੱਠਾ ਆ ਚਾਹੇ ਨਮਕ ਵਾਲਾ, ਕੁਝ ਵੀ ਬੜਾ ਸਵਾਦ ਬਣਾਉਂਦੇ ਨੇ। ਤੇ ਉਹਨਾਂ ਨੇ ਸ਼ੁਰੂ ਕੀਤਾ ਵੀ ਅਸੀਂ ਨਾਮ ਹੀ ਸੋਚਿਆ ਵੀ ਨਾਨੀ ਦੀ ਕੜੀ ਤੋਂ ਹੀ ਸ਼ੁਰੂ ਹੋ ਜਾਵੇ। ਨਾਨੀ ਦੀ ਰੈਸਪੀ ਹੈਗੀ ਹੈ ਮੇਨ, ਕਿਉਂਕਿ ਖੜੇ ਮਸਾਲੇ ਤੁਸੀਂ ਦੇਖਿਆ ਹੋਣਾ, ਹਰ ਚੀਜ਼ ਜਿਹੜੀ ਆ ਉਹਦਾ ਅਲੱਗ ਤੋਂ ਟੇਸਟ ਆਉਂਦਾ, ਹਰ ਚੀਜ਼ ਦਾ ਮੂੰਹ ਟੇਸਟ ਆਉਂਦਾ। ਦੂਸਰੀ ਗੱਲ ਇਹਦੀ ਖਾਸੀਅਤ ਇਸ ਖਾਣੇ ਦੀ ਕੀ ਹੈ ਕਿ ਮੇਰਾ ਨਾ ਡਾਈਜੈਸ਼ਨ ਸਿਸਟਮ ਠੀਕ ਨਹੀਂ ਹੈਗਾ, ਜਿਹੜਾ ਪਾਚਨ ਜਿਹੜਾ ਸਿਸਟਮ ਹੈ ਠੀਕ ਨਹੀਂ ਹੈ। ਤੇ ਜਦੋਂ ਨਾਨੀ ਦਾ ਮੈਂ ਉਹਨਾਂ ਦਾ ਆਪਣੀ ਸੱਸ ਦਾ ਖਾਣਾ ਬਣਿਆ ਖਾਂਦਾ ਸੀਗਾ, ਤੇ ਮੈਨੂੰ ਕਦੀ ਉਹ ਪ੍ਰੋਬਲਮ ਨਹੀਂ ਸੀ ਹੁੰਦੀ, ਮੇਰਾ ਸਿਸਟਮ ਠੀਕ ਰਹਿੰਦਾ। ਤੁਸੀਂ ਵੀ ਖਾਧਾ ਹੈ, ਤੁਸੀਂ ਵੀ ਦੇਖੋਗੇ ਕਿ ਤੁਹਾਡਾ ਪ੍ਰੋਬਲਮ ਨਹੀਂ ਹੋਏਗੀ ਜੀ। ਤੇ ਇਹ ਨਾਮ ਤੁਸੀਂ ਬਾਅਦ ਵਿੱਚ ਚੂਜ਼ ਕੀਤਾ ਕਿ ਹਨਾ ਤੁਹਾਡੇ ਸੱਸ ਜਿਹੜੇ ਨੇ ਇਸ ਖਾਣੇ ਨੂੰ ਬਣਾਉਂਦੇ ਨੇ, ਫਿਰ ਤੁਸੀਂ ਲੈ ਕੇ ਆਉਂਦੇ ਹੋ ਇੱਕ ਅੰਮ੍ਰਿਤਧਾਰੀ ਨੌਜਵਾਨ ਨੂੰ, ਸਿਰ ਦੇ ਉੱਤੇ ਦਸਤਾਰ ਸਜਾਉਂਦੇ ਹੋ, ਆਲੇ ਦੁਆਲੇ ਦਾ ਮਾਹੌਲ ਜਦੋਂ ਦੇਖਦੇ ਹੋ ਕੀ ਲੱਗਦਾ ਹੈ ਕਿ ਸਾਡੇ ਪੰਜਾਬੀ ਨੌਜਵਾਨ ਘਟ ਰਹੇ ਨੇ? ਕਿਉਂਕਿ ਅਸੀਂ ਦੇਖਦੇ ਹਾਂ ਸੜਕਾਂ ਦੇ ਉੱਤੇ ਮਿਹਨਤ ਬਹੁਤ ਲੋਕ ਕਰ ਰਹੇ ਨੇ, ਬਹੁਤ ਸਾਰੇ ਸਟਾਲ ਲੱਗਦੇ ਨੇ, ਬਹੁਤ ਸਾਰੀਆਂ ਰੇਹੜੀਆਂ ਲੱਗਦੀਆਂ ਨੇ, ਪਰ ਉਹਦੇ 'ਚ ਸਾਡੇ ਪੰਜਾਬੀ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੈ। ਇਹਦੇ ਪਿੱਛੇ ਕੀ ਕਾਰਨ ਕੀ ਮੰਨਦੇ ਹੋ? ਪੰਜਾਬੀ ਨੌਜਵਾਨ ਦੀ ਆਪਾਂ ਕੰਮ ਨੂੰ ਛੋਟਾ ਸਮਝਦੇ ਹਾਂ, ਪਰ ਆਪਾਂ ਨੂੰ ਇਹ ਲੱਗਦਾ ਕਿ ਸਾਡਾ ਚੱਲਦਾ ਰਿਹਾ ਸ਼ੁਰੂ ਤੋਂ। ਠੀਕ ਹੈ, ਪੰਜਾਬ ਦਾ ਇਤਿਹਾਸ ਬੜਾ ਵੱਡਾ ਇੱਥੇ ਪਿੱਛੇ, ਕਿਉਂਕਿ ਜੰਗਾਂ ਦਾ ਇੱਕ ਵਾਰ ਜ਼ੋਨ ਰਿਹਾ ਹੈ ਪੰਜਾਬ, ਅੱਜ ਤੋਂ ਨਹੀਂ ਸਦੀਆਂ ਪਹਿਲਾਂ ਤੋਂ ਵਾਰ ਜ਼ੋਨ ਹੀ ਰਿਹਾ। ਜਦੋਂ ਵੀ ਐਂਟਰੈਂਸ ਪੁਆਇੰਟ ਹੀ ਹੁੰਦਾ ਸੀਗਾ, ਮਤਲਬ ਇੱਥੋਂ ਲੰਘ ਕੇ ਆਉਂਦੇ ਸੀ। ਤੁਹਾਨੂੰ ਲੱਗਦਾ ਕਿ ਬੇਪਰਵਾਹ ਜਿਹੇ ਬੰਦੇ ਨੇ ਵੀ ਠੀਕ ਹੈ ਜਿੰਨਾ ਕਰ ਲਿਆ। ਇੱਕ ਪੁਰਾਣੀ ਕਹਾਵਤ ਬੜੀ ਮਸ਼ਹੂਰ ਰਹੀ ਹੈ ਸਾਡੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਵੀ ਠੀਕ ਹੈ ਜੀ, ਵੀ ਚੱਲ ਗਿਆ। ਤੇ ਪਰ ਜਿਹੜੇ ਪ੍ਰਵਾਸੀ ਬੰਦੇ ਦੇਖ ਰਹੇ ਹੋ ਤੁਸੀਂ, ਕਿਤੇ ਵੀ ਚੱਲ ਜਾਓ ਤੁਹਾਨੂੰ ਇੱਕ ਪੰਜਾਬੀ ਕਿਤੇ ਮਿਲੇਗਾ ਤਾਂ 10 ਪ੍ਰਵਾਸੀ ਹੋਣਗੇ, ਉਹ ਕੰਮ ਕਰਦੇ, ਸ਼ਰਮ ਨਹੀਂ ਕਰਦੇ। ਪਰ ਜਦੋਂ ਅਸੀਂ ਇਹੀ ਆਸਟ੍ਰੇਲੀਆ, ਕੈਨੇਡਾ, ਕਿਸੇ ਵੀ ਹੋਰ ਕੰਟਰੀ 'ਚ ਜਾਂਦੇ ਹਾਂ, ਉੱਥੇ ਸਾਨੂੰ ਕੋਈ ਸ਼ਰਮ ਨਹੀਂ। ਉੱਥੇ ਅਸੀਂ ਵੈਂਡਿੰਗ ਵੀ ਕਰਦੇ ਹਾਂ, ਉੱਥੇ ਡਿਲੀਵਰੀ ਬॉय ਵੀ ਬਣਦੇ ਹਾਂ, ਸਾਰਾ ਕੰਮ ਕਰਦੇ ਹੈਗੇ। ਇੱਥੇ ਸਾਨੂੰ ਸ਼ਰਮ ਹੈ, ਸਾਨੂੰ ਲੱਗਦਾ ਵੀ ਲੋਕ ਕੀ ਕਹਿਣਗੇ। ਮੇਰਾ ਇੱਕ ਸਵਾਲ ਸੀਗਾ, ਮੈਨੂੰ ਕਈਆਂ ਨੇ ਕਿਹਾ ਵੀ ਲੋਕ ਕੀ ਕਹਿਣਗੇ। ਮੈਂ ਕਿਹਾ ਵੀ ਜਿਹੜੇ ਕੁਝ ਕਹਿਣਗੇ ਉਹ ਮੈਨੂੰ, ਮੇਰਾ ਜਿੰਨਾ ਮਹੀਨੇ ਦਾ ਖਰਚਾ ਹੁੰਦਾ ਮੈਨੂੰ ਦੇ ਜਾਣ, ਆਪਾਂ ਘਰੇ ਬਹਿ ਜਾਂਦੇ ਹਾਂ। ਜਿਹੜੇ ਕੁਝ ਕਹਿਣਗੇ ਤਾਂ ਜੋ ਕਹਿਣਗੇ ਸੋਚੀ ਜਾਵਾਂਗੇ, ਫਿਰ ਤਾਂ ਆਪਾਂ ਕੁਝ ਨਹੀਂ ਕਰਾਂਗੇ ਨਾ। ਅੱਛਾ, ਇਸ ਕਾਰੋਬਾਰ ਕਰਨ ਤੋਂ ਪਹਿਲਾਂ ਨੌਕਰੀ ਮੰਗੀ ਕਿਸੇ ਕੋਲੋਂ ਕਿ ਕੋਈ ਨੌਕਰੀ ਮਿਲ ਜੇ, 7-8 ਘੰਟੇ ਦੀ ਜੌਬ ਹੋਵੇ, ਮੈਂ ਘਰੇ ਆਵਾਂ, ਤਨਖਾਹ ਦੀ ਕੋਈ ਟੈਨਸ਼ਨ ਨਾ ਹੋਵੇ, ਕਿ ਇਹੀ ਸੋਚਿਆ ਸੀ ਕਿ ਹੁਣ ਹੱਥੀਂ ਮਿਹਨਤ ਕਰਨੀ ਹੈ ਕਿਉਂਕਿ ਬਾਹਰ ਹਾਲਾਤ ਬਹੁਤੇ ਚੰਗੇ ਨਹੀਂ ਹੈ, ਲੋਕਾਂ ਦੇ ਤਾਂ ਆਪਣੇ ਕਾਰੋਬਾਰ ਠੱਪ ਹੋ ਗਏ ਨੇ? ਜੀ ਨਹੀਂ, ਨੌਕਰੀ ਦਾ ਨਹੀਂ ਜੀ, ਮੈਂ ਨੌਕਰੀ ਪਹਿਲਾਂ ਤੋਂ ਨਹੀਂ ਕੀਤੀ ਸੀ। ਮੈਂ ਸਕੂਲ ਦੇ ਵਿੱਚ ਪੜ੍ਹਾਇਆ, ਪਰ ਮੇਰਾ ਸਿਸਟਮ ਉੱਥੇ ਠੀਕ ਨਹੀਂ ਬੈਠਾ, ਕਿਉਂਕਿ ਮੈਂ ਇੰਡੀਪੈਂਡੈਂਟ ਬੰਦਾ ਤੇ ਮੇਰੇ ਆਪਣੇ ਰੂਲਸ ਰੈਗੂਲੇਸ਼ਨਸ ਹੈ, ਉਹ ਮੈਂ ਕਿਸੇ ਦੇ ਨਹੀਂ ਹਿਸਾਬ ਨਾਲ ਚੱਲਣਾ ਸੀਗਾ। ਉਹ ਪਹਿਲਾਂ ਤੋਂ ਮੈਨੂੰ ਪਤਾ ਸੀ ਮੈਂ ਅੰਡਰ ਜੌਬ ਕਰਕੇ ਨਹੀਂ ਕਾਮਯਾਬ ਹੋਣਾ, ਤਾਂ ਇੱਥੇ ਵੀ ਮੈਂ ਹੀ ਸੋਚਿਆ ਸੀਗਾ, ਕਿਉਂਕਿ ਅਗਲਾ ਆਪਣੇ ਹਿਸਾਬ ਨਾਲ ਚਲਾਉਂਦਾ ਹੈ, ਕੋਈ ਵੀ ਕੰਮ ਹੋਵੇ ਟੀਚਿੰਗ ਦਾ ਜਾਂ ਕੁਝ ਹੋਰ। ਤਾਂ ਮੈਂ ਪਹਿਲਾਂ ਤੋਂ ਨਹੀਂ ਸੋਚਿਆ ਜੀ ਨੌਕਰੀ ਦਾ, ਨਹੀਂ ਚੱਲ ਪਾਵਾਂਗਾ। ਵੈਸੇ ਨੇਮ ਕੀ ਹੈ ਜ਼ਿੰਦਗੀ ਦਾ, ਕਿਵੇਂ ਹਰ ਦਿਨ ਗੁਜ਼ਾਰਾ ਕਰਦੇ ਹੋ? ਕਿਉਂਕਿ ਤੁਸੀਂ ਦੱਸਿਆ ਕਿ ਪੜ੍ਹਨ ਲਿਖਣ ਦਾ ਵੀ ਸ਼ੌਂਕ ਹੈ, ਲਿਖਦੇ ਵੀ ਹੋ, ਪੜ੍ਹਦੇ ਵੀ ਹੋ, ਫਿਰ ਕੰਮਕਾਜ ਵੀ ਕਰਦੇ ਹੋ, ਤਾਂ ਹੋਰ ਰੋਜ਼ਮਰਾ ਦੀ ਜ਼ਿੰਦਗੀ ਕਿਵੇਂ ਬੀਤਦੀ ਹੈ? ਰੋਜ਼ਮਰਾ ਦੀ ਜ਼ਿੰਦਗੀ, ਸਵੇਰੇ ਉੱਠੀਦਾ ਜੀ 5:30 ਵਜੇ, ਸੈਰ ਕਰਕੇ ਆ ਜੀਦਾ, ਤੇ ਮੇਰੇ ਮਦਰ ਇਨ ਲਾਅ ਵੀ ਨਾਲ ਜਾਂਦੇ ਨੇ, ਤੇ ਉਹ ਆ ਕੇ ਸੈਰ ਕਰਕੇ ਤੇ ਖੁਸ਼ ਬਹੁਤ ਹੋਏ, ਕਿਉਂਕਿ ਪਿੰਡਾਂ 'ਚ ਉਹ ਪਾਰਕ ਵਾਲਾ, ਲੇਕ ਵਾਲਾ ਮਾਹੌਲ ਨਹੀਂ ਮਿਲਦਾ। ਉਹ ਜਾਂਦੇ ਨੇ, ਤੇ ਉਹਨਾਂ ਸ਼ੂਗਰ ਦੇ ਮਰੀਜ਼ ਸੀਗੇ ਜੀ, ਉਹਨਾਂ ਦੀ ਜਦੋਂ 15 ਦਿਨ ਪਹਿਲਾਂ ਰਿਪੋਰਟ ਟੈਸਟ ਕਰਾਈ ਸੀ 161 ਸੀਗੀ, ਉਹ ਸੈਰ ਕਰਕੇ 110 ਤੇ ਆ ਗਈ, ਜਿਹੜੀ ਨਾਰਮਲ ਲਿਮਿਟ ਹੈਗੀ ਆ। ਉਹ ਬੜੇ ਖੁਸ਼ ਨੇ, ਉਹ ਰਹਿ ਕੇ ਬੜੇ ਖੁਸ਼ ਨੇ, ਉਹਨਾਂ ਦੇ ਨਾਲ ਚੱਲ ਜੀਦਾ। ਫਿਰ ਉਸ ਤੋਂ ਬਾਅਦ ਆ ਕੇ ਇਹ ਸਮਾਨ ਦੀ ਤਿਆਰੀ ਕਰ ਲਈਦੀ ਹੈ ਜੀ, ਥੋੜ੍ਹਾ ਜਿਹਾ ਪਹਿਲਾਂ ਸਮਾਨ ਕੱਚਾ ਕਰਕੇ ਰੱਖ ਲਈਦਾ, ਫਿਰ ਤੜਕਾ ਵਗੈਰਾ ਆ ਕੇ ਲਗਾ ਲਈਦਾ, ਤੇ ਚਾਵਲ ਬਣ ਜਾਂਦੇ ਆ। ਤੇ ਉਹ ਫਿਰ ਮੈਂ ਪੂਰੀ ਪੈਕਿੰਗ ਕਰਕੇ 11:30 ਵਜੇ ਤੱਕ, ਮੈਂ 11:30 ਤੱਕ ਪੂਰੀ ਪੈਕਿੰਗ ਕਰ ਲੈਣਾ, ਫਿਰ ਤਿਆਰ ਹੋ ਕੇ
12 ਵਜੇ ਮੈਂ ਘਰੋਂ ਨਿਕਲਦਾ ਜੀ, 12:30 ਤੱਕ ਇੱਥੇ ਪਹੁੰਚ ਜਾਂਦਾ। ਅੱਛਾ, ਇੱਕ ਫਿਤਰਤ ਬੜੀ ਰਹੀ ਹੈ ਨਾ ਸਾਡੀ ਕਿ ਅਸੀਂ ਤਾਂ ਸ਼ੁਰੂ ਦੇ ਵਿੱਚ ਤਾਂ ਬਹੁਤ ਵਧੀਆ ਕੁਆਲਿਟੀ ਦਿੰਨੇ ਆ, ਕੁਆਂਟੀਟੀ ਵੀ ਦਿੰਨੇ ਆ ਜੀ ਜੀ। ਪਰ ਜਦੋਂ 4 ਗਾਹਕ ਆਉਣ ਲੱਗ ਪੈਂਦੇ ਨੇ, ਕੰਮ ਚੱਲਣ ਲੱਗ ਪੈਂਦਾ ਤਾਂ ਫਿਰ ਕੁਆਲਿਟੀ ਜਿਹੜੀ ਹੈ ਨਾ ਉਹ ਥੋੜੀ ਘਟਣ ਲੱਗ ਪੈਂਦੀ ਹੈ। ਤੁਹਾਡੇ ਮਨ ਦੇ ਵਿੱਚ ਵੀ ਕੁਝ ਅਜਿਹਾ ਹੁੰਦਾ ਹੈ ਕਿ ਚੱਲ ਹੁਣ ਕੰਮਕਾਰ ਚੱਲ ਗਿਆ, ਥੋੜੇ ਬਹੁਤੇ ਗਾਹਕ ਆਉਂਦੇ ਨੇ ਤੇ ਕਿਉਂ ਨਾ ਪਕੌੜੇ ਘੱਟ ਕਰ ਦਿੱਤੇ ਜਾਣ ਕੜੀ ਦੇ ਵਿੱਚ, ਜਾਂ ਫਿਰ ਕੁਆਲਿਟੀ ਜਿਹੜੀ ਹੈ ਚੌਲਾਂ ਦੀ ਉਹ ਵੀ ਘਟਾ ਦਿੱਤੀ ਜਾਵੇ, ਇਦਾਂ ਦਾ ਵੀ ਹੁੰਦਾ ਹੈ ਕੁਝ? ਇਹਨਾਂ ਦੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਘਰੇ ਟਰਾਇਲ ਕੀਤਾ ਸੀਗਾ ਵੀ ਕਿੰਨੀ ਆਪਾਂ ਕੁਆਂਟੀਟੀ ਬਣਦੀ ਆ, ਪਲੇਟਾਂ ਲਿਆ ਕੇ ਟਰਾਈ ਕੀਤਾ ਵੀ ਕਿੰਨਾ ਕੁ ਬਣਦਾ, ਵੀ ਕਿੰਨਾ ਕੁ ਸਮਾਨ ਪੈਂਦਾ। ਉੱਥੇ 2-3 ਵਾਰੀ ਕੜੀ ਵੀ ਬਣਾ ਕੇ ਦੇਖੀ ਵੀ ਅਲੱਗ-ਅਲੱਗ ਤਰ੍ਹਾਂ ਦੀ ਕੀ ਬਣਦੀ ਹੈਗੀ। ਇੱਕ ਦਿਨ ਬਿਨਾਂ ਪਕੌੜਿਆਂ ਤੋਂ ਬਣਾਈ ਸੀ। ਅੱਛਾ, ਉਹ ਫਿਰ ਖਾਧੀ ਨਹੀਂ ਜੀ। ਅੱਛਾ, ਜਿਹੜੀ ਆਪਣੇ ਕੋਲੋਂ ਨਹੀਂ ਖਾਧੀ ਗਈ। ਹਾਂਜੀ, ਜਿਹੜੀ ਆਪਣੇ ਕੋਲੋਂ ਨਹੀਂ ਖਾਧੀ ਗਈ ਜੀ, ਫਿਰ ਉਹਦਾ ਕੀ ਕਰਾਂਗੇ? ਕਈ ਵਾਰ ਬੰਦਿਆਂ ਨੇ ਮੇਰੇ ਕੋਲ ਪਕੌੜੇ ਖਤਮ ਹੋ ਗਏ ਸੀਗੇ, ਤਾਂ ਉਹ ਪਕੌੜੇ ਖਤਮ ਹੋ ਗਏ ਤਾਂ ਕੜੀ ਜਿਹੜੀ ਬਚੀ ਰਹਿ ਗਈ। ਜਿਹੜੇ ਦੇਖਦੇ ਸੀ ਉਹ ਕਹਿੰਦੇ ਨਹੀਂ ਜੀ ਰਾਜਮਾ ਹੀ ਪਾ ਦਿਓ, ਕੜੀ ਨਹੀਂ। ਕੜੀ ਤਾਂ ਜੀ ਪਕੌੜੇ ਦੇ ਨਾਲ ਹੀ ਆ। ਪਕੌੜੇ ਵੀ ਇਹ ਜਿਹੜੇ ਬਣਦੇ ਹੈਗੇ, ਮੈਂ ਹੋਰ ਕਈ ਜਗ੍ਹਾ ਟਰਾਈ ਕੀਤੇ ਪਕੌੜੇ ਮਾਰਕੀਟ ਵਾਲੇ ਰੈਡੀਮੇਡ ਹੈ ਤੇ ਉਹ ਤਾਂ ਖਾਧੇ ਨਹੀਂ ਜਾਂਦੇ, ਕਿਉਂਕਿ ਇਹ ਸਾਰਾ ਕੁਝ ਟੇਸਟ ਦੇ ਉੱਤੇ ਹੀ ਆ। ਜਿਹੜਾ ਕੰਮ ਹੀ ਸਾਰਾ ਟੇਸਟ ਤੇ ਖੜਾ ਹੈ, ਕਿਉਂਕਿ ਮੈਨੂੰ ਨਹੀਂ ਕੋਈ ਜਾਣਦਾ, ਮੈਂ ਕੋਈ ਬਹੁਤ ਵੱਡਾ ਪ੍ਰੋਫੈਸ਼ਨਲ ਨਹੀਂ ਹੈ। ਮਤਲਬ ਕੁਝ ਦਿਨ ਹੋਏ ਜੇ, ਆਹ ਮਹੀਨਾ ਵੀ ਪੂਰਾ ਨਹੀਂ ਹੋਇਆ ਜੀ, 31 ਤਰੀਕ ਹੈ, 15 ਤਰੀਕ ਦੇ ਆਸ-ਪਾਸ ਕੰਮ ਸ਼ੁਰੂ ਕੀਤਾ ਸੀਗਾ ਤੇ ਸਿਰਫ ਟੇਸਟ ਦੇ ਉੱਤੇ ਹੀ ਆ। ਮੈਨੂੰ ਕਿਸੇ ਨੇ ਨਹੀਂ ਜਾਣਨਾ, ਉਹਨੂੰ ਦੇਖਿਆ ਖੜਨਗੇ, ਖੜ ਕੇ ਆ ਕੇ ਖਾਣਗੇ, ਅਗਲੇ ਦਿਨ ਉਹੀ ਕਸਟਮਰ ਆਏਗਾ ਜਿਹਨੂੰ ਟੇਸਟ ਅੱਛਾ ਲੱਗੇਗਾ। ਜਦੋਂ ਟੇਸਟ ਥੱਲੇ ਚਲਾ ਗਿਆ ਕਸਟਮਰ ਰੁਕ ਜਾਣਗੇ। ਜਦੋਂ ਅਜਿਹਾ ਦੌਰ ਹੁੰਦਾ ਹੈ ਨਾ, ਜੇਬ ਦੇ ਵਿੱਚ ਪੈਸਾ ਨਹੀਂ ਹੁੰਦਾ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਹੁੰਦਾ, ਤਾਂ ਅਸੀਂ ਦੇਖਦੇ ਹਾਂ ਕਿ ਫਿਰ ਲੋਕ ਖੁਦਕੁਸ਼ੀਆਂ ਕਰਨ ਬਾਰੇ ਸੋਚਦੇ ਨੇ, ਲੋਕ ਜ਼ਿੰਦਗੀ ਤੋਂ ਅੱਕ ਜਾਂਦੇ ਨੇ। ਅਜਿਹੇ ਲੋਕਾਂ ਨੂੰ ਕੀ ਮੈਸੇਜ, ਸੁਨੇਹਾ ਦੇਣਾ ਚਾਹੋਗੇ ਕਿ ਜ਼ਿੰਦਗੀ ਤੋਂ ਅੱਕਣ ਦੀ ਬਜਾਏ ਜੇਕਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਬਾਰੇ ਸੋਚਿਆ ਜਾਵੇ ਤਾਂ ਉਹ ਕਿੰਨਾ ਕੁ ਲਾਹੇਵੰਦ ਹੈ? ਅਜਿਹੇ ਮੌਕੇ ਤਾਂ ਜੀ ਜ਼ਿੰਦਗੀ 'ਚ ਬਹੁਤ ਵਾਰੀ ਆਏ ਨੇ, ਮੇਰੇ ਲਈ ਕੋਈ ਪਹਿਲਾ ਮੌਕਾ ਨਹੀਂ ਸੀ। ਲੋਕਡਾਊਨ ਹੋਇਆ, ਇਹ ਪੈਂਡੈਮਿਕ ਹੋ ਗਿਆ, ਪੂਰੇ ਵਰਲਡ ਵਾਈਡ ਆ ਗਿਆ, ਉਹ ਵੱਖਰੀ ਗੱਲ ਹੈ ਵੀ ਸਾਰੇ ਪ੍ਰਭਾਵਿਤ ਹੋਏ। ਮੈਂ ਇਹੋ ਜਿਹੀ ਚੀਜ਼ ਨਾਲ ਪਹਿਲੀ ਵਾਰ ਪ੍ਰਭਾਵਿਤ ਨਹੀਂ ਹੋਇਆ। ਜ਼ਿੰਦਗੀ 'ਚ ਕਈ ਮੌਕੇ ਆਏ ਤੇ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਦੇਖੋ ਜੀ, ਮੌਤ ਹੱਲ ਨਹੀਂ ਹੈ। ਮੈਂ ਤਾਂ ਆਪਣੀ ਜ਼ਿੰਦਗੀ ਖਤਮ ਕਰ ਲਵਾਂਗਾ, ਮੇਰੇ ਪਿੱਛੇ ਜਿਹੜਾ ਪਰਿਵਾਰ ਹੈ ਉਹ ਮੇਰੇ ਮਾਂ-ਬਾਪ ਨੇ, ਮੇਰਾ ਬੱਚਾ ਹੈ, ਮੇਰੀ ਵਾਈਫ ਹੈ, ਤੇ ਉਹ ਜ਼ਿੰਮੇਵਾਰੀਆਂ। ਮੌਤ ਜਿਹੜਾ ਮਰਨਾ ਹੈ, ਖੁਦਕੁਸ਼ੀ ਵਾਲਾ ਜਾਂ ਸੁਸਾਈਡ ਵਾਲਾ ਸਟੈਪ ਹੈ ਜੀ, ਉਹ ਤਾਂ ਜ਼ਿੰਮੇਵਾਰੀ ਤੋਂ ਭੱਜਣਾ ਹੈ, ਉਹ ਤਾਂ ਕਾਇਰਤਾ ਹੈ। ਕਿੰਨਾ ਕੁ ਔਖਾ ਸਮਾਂ ਦੇਖਿਆ ਜ਼ਿੰਦਗੀ ਦੇ ਵਿੱਚ? ਔਖਾ ਸਮਾਂ ਬਹੁਤ ਦੇਖਿਆ ਜੀ। 12ਵੀਂ ਕੀਤੀ ਸੀ ਨਾਨ ਮੈਡੀਕਲ ਦੇ ਨਾਲ ਕਿ ਅੱਗੇ ਜਾ ਕੇ ਐਡਮਿਸ਼ਨ ਲਵਾਂਗੇ, ਬੀਟੈਕ ਕਰਾਂਗੇ। ਜੋ ਬੀਟੈਕ ਦਾ ਪਤਾ ਲੱਗਿਆ ਕਿ ਸਰਕਾਰੀ ਕਾਲਜ ਤਾਂ ਮੈਰਿਟ ਬਹੁਤ ਜਾਂਦੀ ਹੈ, ਪ੍ਰਾਈਵੇਟ ਕਾਲਜ ਡੋਨੇਸ਼ਨ ਨਹੀਂ ਹੈਗੀ। ਫਿਰ BSc ਨਾਨ ਮੈਡੀਕਲ ਕੀਤੀ, BSc ਨਾਨ ਮੈਡੀਕਲ ਕਰਕੇ ਟਿਊਸ਼ਨ ਦਾ ਵਰਕ ਕੀਤਾ, ਟਿਊਸ਼ਨ ਪੜ੍ਹਾਉਂਦਾ। ਫਿਰ ਸਿਵਲ ਸਰਵਿਸ ਦਾ ਸੋਚਿਆ, ਇੱਥੇ ਆਏ, 2 ਵਾਰੀ ਇੰਟਰਵਿਊ ਵੀ ਦਿੱਤੀ, ਮੇਨਸ ਕਈ ਵਾਰੀ ਕਲੀਅਰ ਕੀਤਾ, 2 ਵਾਰੀ ਮੇਨਸ ਕਲੀਅਰ ਕੀਤਾ, ਇੰਟਰਵਿਊ ਦਿੱਤੀ, ਮੇਨਸ ਕਈ ਵਾਰੀ ਲਿਖਿਆ, ਤੇ PCS ਦਾ ਹੁਣ ਫਾਰਮ ਨਿਕਲਿਆ ਹੋਇਆ ਤੇ ਹੁਣ ਫਿਰ ਉਹਦਾ ਅਪਲਾਈ ਕੀਤਾ ਹੋਇਆ। ਕੋਈ ਹੈਗਾ ਸ਼ਿਕਵਾ ਕਿ ਇੰਨੀ ਪੜ੍ਹਾਈ ਕੀਤੀ ਹੈ, MA ਉਰਦੂ ਕੀਤੀ ਹੈ, ਡਬਲ MA ਹੋ, ਇੰਨੇ ਟੈਸਟ ਵੀ ਦਿੱਤੇ ਨੇ, ਇੰਨੀ ਮਿਹਨਤ ਵੀ ਕੀਤੀ ਹੈ ਤੇ ਕੋਈ ਨੌਕਰੀ ਨਹੀਂ ਹੱਥ ਲੱਗੀ? ਨਹੀਂ, ਸ਼ਿਕਵਾ ਨਹੀਂ ਜੀ। ਮੈਂ ਨਾ ਜੋਬ ਦਾ ਆਫਰਸ ਬਹੁਤ ਸੀਗੀਆਂ, ਮੇਰੇ ਮਨ 'ਚ ਸਿਵਲ ਸਰਵਿਸ ਦਾ ਹੀ ਕਲੀਅਰ ਕਰਨ ਦਾ ਸੀਗਾ, ਕਿਉਂਕਿ ਇੰਗਲਿਸ਼ ਅੱਛੀ ਸੀਗੀ ਮੇਰੀ, ਤਾਂ ਆਈਲੈਟ ਦੇ ਬੜੇ ਆਫਰ ਸੀਗੇ ਵੀ ਆਈਲੈਟ ਕਰ ਲਓ ਜੀ। 10-12 ਸਾਲ ਜਾਂ 15 ਸਾਲ ਪਹਿਲਾਂ ਦੀ ਮੈਂ ਗੱਲ ਕਰਦਾ, ਜਦੋਂ 20-21 ਸਾਲ ਦੀ ਆਈ ਸੀਗੀ ਵੀ ਲੜਕੀ ਮਿਲ ਜਾਏਗੀ ਤਾਂ ਕੈਨੇਡਾ ਚਲ ਜਾਓਗੇ। ਮੇਰਾ ਨਹੀਂ ਸੀਗਾ, ਕਈ ਰਿਸ਼ਤੇ ਵੀ ਆਏ, ਮੈਂ ਨਹੀਂ ਜਾਣਾ ਪਸੰਦ ਕੀਤਾ। ਮੈਂ ਸਿਵਲ ਸਰਵਿਸ ਦੀ ਹੀ ਨੌਕਰੀ ਕਰਨੀ ਚਾਹੁੰਦਾ ਸੀ, ਤਾਂ ਉਸ ਕਰਕੇ ਮੈਂ ਹੋਰ ਨਹੀਂ ਟਰਾਈ ਕੀਤਾ। ਕੋਈ ਸ਼ਿਕਵਾ ਨਹੀਂ ਹੈ ਜੀ, ਕਿਉਂਕਿ ਸਿਵਲ ਸਰਵਿਸ ਦੀ ਜੌਬ ਮੈਂ ਸਮਾਜ ਸੇਵਾ ਕਰਨੀ ਚਾਹੁੰਦਾ, ਲੋਕਾਂ ਦੇ ਕੰਮ ਕਰਨਾ ਚਾਹੁੰਦਾ। ਮੈਨੂੰ ਲੱਗਦਾ ਸੀ ਕਿ ਇਹੀ ਸਰਵਿਸ ਹੈਗੀ ਜਿੱਥੇ ਤੁਸੀਂ ਡਾਇਰੈਕਟਲੀ ਲੋਕਾਂ ਦੇ ਕੰਮ ਕਰ ਸਕਦੇ ਆ, ਤੁਹਾਡੇ ਹੱਥ 'ਚ ਅਥਾਰਟੀ ਵੀ ਹੁੰਦੀ ਆ ਕਿ ਤੁਸੀਂ ਤੁਹਾਡਾ ਇੱਕ ਡਿਸੀਜਨ ਲੱਖਾਂ ਲੋਕਾਂ ਦੀ ਲਾਈਫ ਪੋਜ਼ਿਟਿਵਲੀ ਜਾਂ ਨੈਗੇਟਿਵਲੀ ਇਫੈਕਟ ਕਰ ਸਕਦਾ, ਤੇ ਪੋਜ਼ਿਟਿਵਲੀ ਇਫੈਕਟ ਕਰ ਸਕਦਾ। ਤੁਹਾਡੇ ਹੱਥ 'ਚ ਬਹੁਤ ਕੁਝ ਹੈ। ਅੱਛਾ, ਬੇਟੀ ਦਾ ਕੀ ਰਿਐਕਸ਼ਨ ਹੁੰਦਾ ਜਦੋਂ ਜਾਂਦੇ ਹੋ ਘਰ ਜਾਂ ਫਿਰ ਘਰੋਂ ਆਉਂਦੇ ਹੋ ਇਹ ਸਮਾਨ ਲੈ ਕੇ? ਕਿਉਂਕਿ ਬੱਚੇ ਜਿਹੜੇ ਨੇ ਉਹ ਤੁਹਾਨੂੰ ਬਹੁਤ ਮੋਟੀਵੇਟ ਕਰ ਦਿੰਦੇ ਨੇ, ਕਈ ਵਾਰ ਅਜਿਹੀ ਗੱਲ ਤੁਹਾਨੂੰ ਆਖ ਜਾਂਦੇ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚਿਆ ਵੀ ਨਹੀਂ ਹੁੰਦਾ। ਸੋ ਬੇਟੀ ਦਾ ਕੀ ਰਿਐਕਸ਼ਨ ਹੁੰਦਾ ਜਦੋਂ ਬੇਟੀ ਕਹਿੰਦੀ ਨਾਲ ਜਾਣਾ ਜੀ, ਪਾਪਾ ਮੈਨੂੰ ਨਾਲ ਲੈ ਕੇ ਜਾਓ। ਮੈਂ ਉਹਨੂੰ ਕਹਿੰਦਾ ਬੇਟਾ ਮੈਂ ਘੁੰਮਣ ਨਹੀਂ ਜਾ ਰਿਹਾ, ਉਹ ਪਾਰਕ 'ਚ ਘੁੰਮਣ ਦੀ ਸ਼ੌਕੀਨ ਹੈ, ਮੈਨੂੰ ਸ਼ਾਮ ਨੂੰ ਰੋਜ਼ ਲੈ ਕੇ ਜਾਣਾ, ਸਾਈਕਲ ਚਲਾ ਲੈਂਦੀ ਹੈ, ਉੱਥੇ ਘੁੰਮ ਲੈਂਦੀ ਹੈ। ਮੈਂ ਕਿਹਾ ਬੇਟਾ ਮੈਂ ਕੰਮ ਤੇ ਜਾ ਰਿਹਾ, ਕਹਿੰਦੀ ਪਾਪਾ ਮੈਂ ਵੀ ਕੰਮ ਤੇ ਜਾਣਾ। ਬੇਟੀ ਐਕਟਿਵ ਹੈ ਕਾਫੀ ਜ਼ਿਆਦਾ, YouTube ਦੇਖਦੀ ਹੈ, ਬੇਸਿਕ ਵਗੈਰਾ ਸਾਰਾ ਕਰ ਚੁੱਕੀ। ਐਡਮਿਸ਼ਨ ਉਹਦੀ ਕਰਾਉਣੀ ਸੀਗੀ, ਇਹ ਲੋਕਡਾਊਨ ਕਰਕੇ ਸਾਰਾ ਪ੍ਰੋਸੈਸ ਰੁਕ ਗਿਆ, ਹੁਣ ਨੈਕਸਟ ਈਅਰ ਕਰਾਵਾਂਗੇ। ਤੇ ਹੁਣ ਕੀ ਸੋਚ ਰਹੇ ਹੋ ਕਿ ਇਸ ਚੀਜ਼ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹੈ? ਇੱਥੋਂ ਤੱਕ ਸੀਮਤ ਰੱਖਣਾ ਹੈ ਜਾਂ ਫਿਰ, ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ ਟੈਸਟ ਵਗੈਰਾ ਵੀ ਕਰ ਰਹੇ ਹੋ, ਇੱਕ ਸਿਵਲ ਸਰਵਿਸ ਕਰਨ ਦਾ ਤੁਹਾਡਾ ਮਨ ਹੈ, ਤੇ ਜਦੋਂ ਤੱਕ ਉਹ ਸੁਪਨਾ ਪੂਰਾ ਨਹੀਂ ਹੁੰਦਾ ਤਾਂ ਇਸ ਸੁਪਨੇ ਨੂੰ ਕਿੰਨਾ ਕੁ ਚਿਰ ਤੱਕ ਜਿਉਂਦਾ ਰੱਖੋਗੇ? ਦੇਖੋ ਜੀ, ਇਹ ਇੱਕ ਤਰ੍ਹਾਂ ਦਾ ਨਾ ਜੌਬ ਕ੍ਰੀਏਸ਼ਨ ਦਾ ਆਈਡੀਆ ਵੀ ਹੈ ਕਿ ਆਪਾਂ ਇੱਕ ਨਵਾਂ ਕੰਮ ਕ੍ਰੀਏਟ ਕੀਤਾ, ਪਹਿਲਾਂ ਹੈ ਨਹੀਂ ਸੀ ਮਾਰਕੀਟ 'ਚ, ਕੋਈ ਹੋਰ ਕਰਦਾ ਹੋਗਾ, ਮੈਂ ਕ੍ਰੀਏਟ ਕੀਤਾ। ਮੈਂ ਕਰਦਾ, ਮੇਰੇ ਕੋਲ ਕਿੰਨੇ ਜਣਾਂ ਦੇ ਫੋਨ ਆਉਂਦੇ, ਕੋਈ ਹੋਰ ਕਰ ਲੇਗਾ, ਮੈਨੂੰ ਕੋਈ ਆਪਸ਼ਨ ਮਿਲਦੀ ਹੈਗੀ ਆ, ਮੈਂ ਉਹ ਕਰ ਲੂੰਗਾ।
फिलहाल जब तक नहीं आया तो मैं ही कंटिन्यू करूँगा, मैं नहीं करूँगा मैं किसी होर ਨੂੰ ਦੇ ਦੂੰਗਾ कि होर कोई चला लेगा। क्योंकि इस तरह ਹੁੰਦਾ कि ਜਦੋਂ ਕੋਈ ਬੰਦਾ ਜ਼ਿਆਦਾ ਹਾਈਲਾਈਟ ਹੁੰਦਾ ਹੈ ਉਹਨੂੰ ਆਉਂਦਾ ਤੇ ਉਹ ਫਿਰ ਸਾਰਾ ਸਮਾਜ ਉਹਦੇ ਪਿੱਛੇ ਪੈ ਜਾਂਦਾ ਵੀ ਇਹਨੂੰ ਦੇ ਦਿਓ ਇਹ ਵੀ ਦੇ ਦਿਓ। ਤੁਹਾਨੂੰ ਯਾਦ ਹੋਏਗਾ ਜੀ 2004 ਦੇ ਵਿੱਚ ਨਾ ਇੱਕ ਪ੍ਰਿੰਸ ਨਾਮ ਦਾ ਲੜਕਾ ਬੋਰਵੈਲ 'ਚ ਗਿਰਿਆ ਸੀ, ਉਹਨੂੰ ਇੰਨੀ ਡੋਨੇਸ਼ਨ ਆ ਗਈ, ਨਿਊਜ਼ ਚੈਨਲ ਵੀ ਡੋਨੇਸ਼ਨ ਦੀ ਅਸੀਂ ਆਹ ਕਰਾਂਗੇ ਇੱਦਾਂ ਕਰਾਂਗੇ। ਆਪਾਂ ਇੱਕ ਤੇ ਜ਼ੋਰ ਲਾ ਦਿੰਦੇ ਹਾਂ, ਸਾਡੇ ਕਿਸਾਨ ਵੀ ਆ ਜੀ ਆਲੂ ਆ ਗਿਆ ਤਾਂ ਆਲੂ ਹੀ ਬੀਜਣ ਲੱਗ ਗਏ, ਮੱਕੀ ਆ ਗਈ ਤਾਂ ਮੱਕੀ ਬੀਜਣ ਲੱਗ ਗਏ। ਇੱਕ ਬੰਦਾ ਤਾਂ ਹੋ ਜਾਂਦਾ ਜੀ, ਬਾਕੀ ਇੱਕ ਕ੍ਰੀਏਸ਼ਨ ਹੈ। ਅੱਜ ਮੈਂ ਇੱਥੇ ਕਰਦਾ ਕਿਤੇ ਹੋਰ ਕਰ ਲਏਗਾ। ਪਾਪੂਲੇਸ਼ਨ ਬਹੁਤ ਹੈਗੀ ਆ ਕਿਉਂਕਿ ਸੈਲਰੀ ਕਲਾਸ ਇੱਥੇ ਡਿਪੈਂਡੈਂਟ ਹੈਗੀ ਆ ਕਿਉਂਕਿ ਮੈਂ ਇੱਥੇ ਜਿਹੜਾ ਮੇਰੇ ਕੋਲ ਕਸਟਮਰ ਆਉਂਦਾ ਉਹ ਸਾਈਕਲ ਵਾਲਾ ਨਹੀਂ ਆਉਂਦਾ ਜਾਂ 2 ਵੀਲਰ ਵਾਲਾ ਆਏਗਾ ਜਾਂ ਕਾਰ ਵਾਲਾ ਆਏਗਾ ਜਿਹੜਾ ਪੈਸੇ ਦੇ ਸਕਦਾ, ਜਿਹਦੀ ਇੱਕ ਫਿਕਸ ਇਨਕਮ ਹੈਗੀ ਆ। ਮੈਂ ਕੰਮ ਕਰਦਾ ਕੋਈ ਹੋਰ ਵੀ ਕਰ ਲਏਗਾ, ਮੈਨੂੰ ਇਸ ਤਰ੍ਹਾਂ ਦਾ ਕੋਈ ਸ਼ਿਕਵਾ ਨਹੀਂ ਹੈ। ਕੋਈ ਹੋਰ ਆਣਾ ਚਾਹੇ ਕਰ ਲੈ, ਇੱਕ ਜੌਬ ਕ੍ਰੀਏਸ਼ਨ ਹੋਗੀ। ਪ੍ਰਧਾਨ ਮੰਤਰੀ ਸਾਹਿਬ ਤਾਂ ਅੱਗੇ ਕਹਿ ਰਹੇ ਕਿ ਜੌਬ ਸੀਕਰ ਨਹੀਂ ਜੌਬ ਕ੍ਰੀਏਟਰ ਬਣੋ, ਤਾਂ ਉਹ ਬਹੁਤ ਦੇਰ ਦੇ ਕਹਿ ਰਹੇ ਆ। ਠੀਕ ਹੈ ਜੀ, ਪਕੌੜੇ ਤਾਂ ਨਹੀਂ ਤਲੇ ਜਾਏ ਕਿਉਂਕਿ ਕੁਕਿੰਗ ਦਾ ਕੰਮ ਨਹੀਂ ਮੈਂ ਰੱਖਿਆ ਗੈਸ ਦਾ, ਮੈਂ ਕਿਹਾ ਪਕਾ ਕੇ ਲਿਆਂਦਾ ਜਾਵੇ ਤੇ ਸੇਲ ਕਰਤਾ ਜਾਵੇ। ਅੱਛਾ, ਤੇ ਗੱਡੀ ਦਾ ਆਈਡੀਆ ਕਿਵੇਂ ਆਇਆ ਕਿ ਗੱਡੀ 'ਚ ਲੈ ਕੇ ਜਾਣਾ ਸਮਾਨ? ਗੱਡੀ ਦਾ ਜੀ ਵੇਖਿਆ ਮੈਂ ਹਾਈ ਫਾਈ ਹੋ ਗਿਆ ਵੈਸੇ ਵੀ ਕੰਮ, ਕੋਈ ਬੁਲਟ ਮੋਟਰਸਾਈਕਲ ਦੇ ਉੱਤੇ, ਕੋਈ ਗੱਡੀ ਦੇ ਵਿੱਚ, ਕਿਸੇ ਨੇ ਟੈਂਪੂ ਟਰੈਵਲ ਰੱਖੀ ਹੈ, ਕਿਸੇ ਨੇ ਵੱਡੀ ਗੱਡੀ ਰੱਖੀ ਹੈ। ਇਹ ਆਈਡੀਆ ਕਿਵੇਂ ਆਇਆ ਸੀ ਗੱਡੀ ਦਾ ਜੀ? ਕਿਉਂਕਿ ਵੱਡਾ ਸ਼ਹਿਰ ਹੋਣ ਕਰਕੇ ਨਹੀਂ ਟਰੈਵਲਿੰਗ ਜ਼ਿਆਦਾ, ਮੈਂ ਛੋਟੇ ਸ਼ਹਿਰ ਤੋਂ ਬਿਲੋਂਗ ਕਰਦਾ। ਉੱਥੋਂ ਸਾਨੂੰ ਇਹ ਲੱਗਦਾ ਸੀ ਕਿ ਵੀ ਨਵਾਂ ਸ਼ਹਿਰ ਤੋਂ ਜਾਫਰਪੁਰ ਦਾ 3 ਕਿਲੋਮੀਟਰ ਦਾ ਵਕਫਾ ਹੈ, ਤਾਂ ਮੈਨੂੰ ਲੱਗਦਾ ਸੀ ਵੀ ਉੱਥੇ ਸ਼ਹਿਰ ਨੂੰ ਜਾਣਾ ਬਹੁਤ ਵੱਡੀ ਗੱਲ ਹੈ, ਸ਼ਹਿਰ ਨੂੰ ਜਾਣਾ। ਅੱਛਾ, ਸਾਈਕਲ ਤੇ ਜਾਣਾ ਜੀ, ਉੱਥੇ ਮੋਟਰਸਾਈਕਲ ਦੀ ਲੈਫਟ ਆ ਲੈਣੀ, ਸਾਈਕਲ ਤੇ ਨਹੀਂ ਜਾਣਾ। ਇੱਥੇ ਵੱਡਾ ਸ਼ਹਿਰ ਹੈ, ਜਦੋਂ ਮੈਂ ਟਿਊਸ਼ਨ ਵਰਕ ਵੀ ਕਰਦਾ ਸੀਗਾ ਤਾਂ 100-110 ਕਿਲੋਮੀਟਰ ਤਾਂ ਮੇਰਾ ਮੋਟਰਸਾਈਕਲ ਚੱਲ ਜਾਂਦਾ ਸੀਗਾ। ਇਹ ਸਮਾਨ ਮੋਟਰਸਾਈਕਲ ਤੇ ਕੈਰੀ ਕਰਨਾ ਮੁਸ਼ਕਿਲ ਸੀਗਾ ਕਿਉਂਕਿ ਇੰਨਾ ਕੁਛ ਹੈ। ਫਿਰ ਸਭ ਤੋਂ ਵੱਡੀ ਦੂਜੀ ਗੱਲ ਹੈ ਬਾਰਿਸ਼ ਦੀ। ਬਾਰਿਸ਼ ਆ ਗਈ ਹੈ, ਸਮਾਨ ਸਾਰਾ ਗੱਡੀ ਦੇ ਵਿੱਚ ਹੀ ਪਿਆ ਜੀ, ਇਹਨੂੰ ਬੰਦ ਕਰ ਦਾਂਗੇ, ਮੈਂ ਅੰਦਰ ਬਹਿ ਜਾਵਾਂਗਾ। ਜ਼ਿਆਦਾ ਬਾਰਿਸ਼ ਹੋਈ ਨਹੀਂ ਕਸਟਮਰ ਆ ਮੈਂ ਘਰੇ ਚਲਾ ਜਾਵਾਂਗਾ। ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕੀਤੀ ਤੁਸੀਂ, ਆਤਮ ਨਿਰਭਰ ਹੋਣ ਦੀ ਉਹ ਗੱਲ ਕਰਦੇ ਨੇ, ਤੇ ਵੈਸੇ ਆਤਮ ਨਿਰਭਰ ਅਸੀਂ ਦੇਖ ਰਹੇ ਹਾਂ ਕਿ ਇਸ ਦੌਰ ਦੇ ਵਿੱਚ ਲੋਕ ਹੋ ਰਹੇ ਨੇ। ਸਰਕਾਰ ਚਲੋ ਜਿੰਨਾ ਕੁ ਕਰ ਰਹੀ ਹੈ ਉਹ ਸਾਨੂੰ ਸਾਰਿਆਂ ਨੂੰ ਦਿਖ ਰਿਹਾ। ਹਾਂਜੀ ਹਾਂਜੀ। ਇਹ ਸੁਨੇਹਾ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਕਾਮਯਾਬ ਹੋ ਸਕਦਾ ਹੈ ਕਿ ਸਰਕਾਰਾਂ ਦਾ ਦੋਸ਼ ਹੈ ਕਿ ਅੱਜ ਆਤਮ ਨਿਰਭਰ ਬਣਨਾ ਪੈ ਰਿਹਾ ਹੈ ਸਾਨੂੰ? ਦੋਸ਼ ਜੀ ਇਹ ਲੰਬਾ ਚੌੜੀ ਕਹਾਣੀ ਹੈ। ਜੇ ਆਪਾਂ ਹਿਸਟਰੀ ਤੋਂ ਵੀ ਦੇਖੀਏ ਸਾਡੇ ਇਕਨੋਮਿਕ ਐਕਟੀਵਿਟੀ ਕਿੱਦਾਂ ਦੀ ਰਹੀ, ਜਿਵੇਂ ਮੈਨੂੰ ਯਾਦ ਹੈ ਮੇਰੇ ਮਦਰ 80s ਦੇ ਗ੍ਰੈਜੂਏਟ ਨੇ, 1980 ਦੇ ਵਿੱਚ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ। ਤੇ ਉਸ ਟਾਈਮ ਤੇ ਮੇਰੇ ਮਦਰ ਦੱਸਦੇ ਹੁੰਦੇ ਸੀ, ਮੈਂ ਵੀ ਛੋਟਾ ਤੋਂ ਸੁਣਦਾ ਕਿ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਨ ਵਾਲੀ ਕਾਰ ਆਉਂਦੀ ਸੀ ਤੇ ਪਰਚੇ ਸੁੱਟਦੀ ਸੀ। ਜ਼ਿਆਦਾ ਗੱਡੀਆਂ ਐਂਬੈਸਡਰ ਹੀ ਹੁੰਦੀਆਂ ਸੀ, ਸਪੀਕਰ ਲੱਗਿਆ ਹੁੰਦਾ ਸੀ, ਉਹ ਕਹਿੰਦੇ ਨੌਕਰੀ ਕਈ ਵਾਰ ਤਾਂ ਫੜ ਕੇ ਲੈ ਜਾਂਦੇ 10ਵੀਂ ਪਾਸ ਆ ਜਾਓ ਜੀ, ਆ ਜਾਓ ਆ ਜਾਓ। ਅੱਛਾ, ਤੇ ਤੁਸੀਂ ਇੱਕ ਨਾ ਨਾਵਲ ਪੜ੍ਹਿਆ ਹੋਣਾ ਟ੍ਰੇਨ ਟੂ ਪਾਕਿਸਤਾਨ, ਠੀਕ ਹੈ ਜੀ, ਖੁਸ਼ਵੰਤ ਸਿੰਘ ਦਾ। ਉਹਦੇ ਵਿੱਚ ਜਿਹੜਾ ਹੁਕਮ ਸਿੰਘ ਨਾਮ ਦਾ ਕਰੈਕਟਰ ਜਿਹੜਾ ਡਿਪਟੀ ਕਮਿਸ਼ਨਰ ਹੈ ਉਹ 10ਵੀਂ ਪਾਸ ਬੰਦਾ ਹੈ। ਉਹ 1947 ਦੇ ਦੌਰ ਦੇ ਵਿੱਚ DC ਬਣ ਚੁੱਕਾ ਸੀ 10ਵੀਂ ਪਾਸ ਬੰਦਾ, ਕਿ ਉਹ 10ਵੀਂ ਪਾਸ ਦੀ ਬੜੀ ਵੈਲਿਊ ਹੁੰਦੀ ਸੀਗੀ। ਤੇ ਉਹ ਲੋਕ ਨੌਕਰੀ ਕਰਨਾ ਪਸੰਦ ਨਹੀਂ ਕਰਦੇ ਸੀ, ਲੋਕ ਕਹਿੰਦੇ ਹਾਂ ਨੌਕਰੀ ਨਹੀਂ ਕਰਨੀ। ਫੌਜ 'ਚ ਜਾਂਦੇ ਸੀਗੇ, ਨੌਕਰੀ ਕਰਨਾ ਕੋਈ ਪਸੰਦ ਨਹੀਂ ਸੀ ਕਰਦਾ। ਤੇ ਫਿਰ ਦੌਰ ਚੱਲਿਆ ਨੌਕਰੀਆਂ ਦਾ, ਨੌਕਰੀਆਂ ਵਾਲੇ ਪਾਸੇ ਆ ਕੇ ਨੌਕਰੀ ਡਿਪੈਂਡੈਂਟ ਹੋ ਗਿਆ। ਪਰ ਨੌਕਰੀ ਆਪਾਂ ਨੂੰ ਲੱਗਦਾ ਕਿ ਸਰਕਾਰੀ ਨੌਕਰੀ ਪੱਕੀ ਨੌਕਰੀ ਹੈ। ਹੁਣ ਕਿੰਨੇ ਦੀ ਤਨਖਾਹਾਂ ਕੱਟੀਆਂ ਗਈਆਂ। ਕੱਲ ਨੂੰ ਜੇ ਸਰਕਾਰ ਦੇ ਦੇ, ਕਿਉਂਕਿ ਇਹ ਆਪਾਂ ਇਹ ਭੁੱਲ ਜਾਂਦੇ ਵੀ ਪੱਕੀ ਨੌਕਰੀ ਉਮਰ ਦੀਆਂ ਰੋਟੀਆਂ, ਸਾਡੇ ਮਨ 'ਚ ਇਹ ਚੀਜ਼ ਬਹਿ ਜਾਂਦੀ ਆ। ਪਰ ਆਪਾਂ ਜਦੋਂ ਨੌਕਰੀ ਲੈਂਦੇ ਆ ਇੱਕ ਐਗਰੀਮੈਂਟ ਵੀ ਨਾਲ ਸਾਈਨ ਹੁੰਦਾ ਸਰਕਾਰ ਦੇ ਨਾਲ ਵੀ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਹੈ ਸਰਕਾਰ ਫੇਰ ਬਦਲ ਕਰ ਸਕਦੀ ਹੈ, ਜਦ ਚਾਹੇ ਤੁਹਾਨੂੰ ਬਾਏ ਬਾਏ ਹੋ ਸਕਦੀ ਹੈ। ਠੀਕ ਹੈ ਜੀ, ਪੱਕਾ ਤਾਂ ਕੁਝ ਵੀ ਨਹੀਂ ਹੈ ਜੀ, ਪਰਮਾਨੈਂਟ ਕੁਝ ਨਹੀਂ ਹੈ, ਸਭ ਜਗ ਚੱਲਣ ਹਾਰ ਬਾਣੀ ਕਹਿੰਦੀ ਹੈ। ਸੋ ਆਤਮ ਨਿਰਭਰ ਬਣਨਾ ਠੀਕ ਹੈ ਜੀ। ਆਤਮ ਨਿਰਭਰ ਤੋਂ ਸਾਡੇ ਲੋਕ ਰਹੇ, ਸਾਡਾ ਇਤਿਹਾਸ ਸਾਰਾ ਆਤਮ ਨਿਰਭਰ ਤੋਂ ਰਿਹਾ। ਨਹੀਂ ਅਖਬਾਰਾਂ ਦੇਖ ਲਓ, ਜਿੰਨੇ ਇੰਡੀਪੈਂਡੈਂਟ ਨਿਊਜ਼ ਤੁਸੀਂ ਮੀਡੀਆ ਜਿੰਨਾ ਚੱਲਿਆ ਉਹ ਲੋਕ ਸਮਾਜ ਸੇਵਾ ਲਈ ਮੀਡੀਆ ਕਰਦੇ ਸੀ। ਖਬਰਾਂ ਘੱਟ ਆਉਂਦੀਆਂ ਸੀ, ਲੇਖ ਜ਼ਿਆਦਾ ਲਿਖੇ ਜਾਂਦੇ ਸੀ। ਅਸੀਂ ਬਾਲ ਗੰਗਾਧਰ ਤਿਲਕ ਦਾ ਦੇਖਦੇ ਹਾਂ, ਉਹਨਾਂ ਦਾ ਅਖਬਾਰ ਨਿਕਲਦਾ ਸੀ, ਮੈਨੂੰ ਨਾਮ ਨਹੀਂ ਯਾਦ, ਤੇ ਉਹ ਆਪਣੇ ਲੇਖ ਲਿਖਦੇ ਹੁੰਦੇ ਸੀ, ਅੰਗਰੇਜ਼ ਉਹਨਾਂ ਨੂੰ ਚੱਕ ਲੈਂਦੇ ਸੀ ਲੇਖ ਲੈਣ ਦੀ। ਅੱਜ ਉਹ ਚੀਜ਼ਾਂ ਪ੍ਰੋਫੈਸ਼ਨ ਦੇ ਵਿੱਚ ਆ ਗਈਆਂ। ਠੀਕ ਹੈ ਜੀ, ਰੈਗੂਲਰ ਦਾ ਆ ਗਿਆ। ਗੱਲ ਇਹ ਕਿ ਆਪਾਂ ਇੱਕ ਇੰਪਲੋਇਰ ਦੇ ਅੰਡਰ ਕੰਮ ਕਰਦੇ ਹਾਂ, ਚਾਹੇ ਇੰਪਲੋਇਰ ਗਵਰਨਮੈਂਟ ਹੈ, ਚਾਹੇ ਕਾਰਪੋਰੇਟ ਹੈ ਕੋਈ, ਜਾਂ ਕੋਈ ਪ੍ਰਾਈਵੇਟ ਬੰਦਾ ਹੈਗਾ, ਉਹ ਜਦ ਮਰਜ਼ੀ ਚਾਹੇ ਸਾਡੀ ਛੁੱਟੀ ਕਰਦਾ। ਕਿਉਂਕਿ ਮੈਨੂੰ ਤਾਂ ਜਿਹੜਾ ਹੁੰਗਾਰਾ ਮਿਲਿਆ ਉਹ ਪਬਲਿਕ ਪਲੇਟਫਾਰਮ ਤੋਂ ਮਿਲਿਆ। ਪਬਲਿਕ ਹੈ, ਜਦੋਂ ਕੰਮ ਸ਼ੁਰੂ ਕੀਤਾ 4 ਦਿਨ ਮੈਂ ਖਾਲੀ ਨਹੀਂ ਗਿਆ, ਮੈਂ ਖਾਲੀ ਜਾਂਦਾ ਰਿਹਾ, ਮੇਰਾ ਸਾਰਾ ਸਮਾਨ ਵਿਕਦਾ ਰਿਹਾ। ਠੀਕ ਹੈ ਜੀ, ਕੜੀ ਥੋੜੀ ਬਹੁਤੀ ਵੱਜ ਜਾਂਦੀ ਸੀ ਕਿ ਉਹ ਘਰੇ ਵਰਤ ਹੋ ਜਾਂਦੀ ਸੀ, ਚਾਵਲ ਸਾਰੇ ਖਾਂਦੇ ਜਾਂਦੇ ਰਹੇ ਕਿਉਂਕਿ ਚਾਵਲ ਰੀਯੂਜ਼ ਨਹੀਂ ਹੁੰਦੇ। ਵੈਸੇ ਇਸ ਕੰਮ ਦਾ ਇਹ ਵੀ ਹੈਗਾ ਨਾ ਕਿ ਥੋੜਾ ਬਹੁਤਾ ਬਚ ਗਿਆ ਤੇ ਚਲੋ ਬੰਦੇ ਨੇ ਸ਼ਾਮ ਨੂੰ ਰੋਟੀ ਤਾਂ ਖਾਣੀ ਆ, ਇਹ ਤੁਹਾਡੇ ਵੀ ਕੰਮ ਆ ਸਕਦਾ। ਸੋ ਕਹਿੰਦੇ ਨੇ ਕਿ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਵੀ ਚੋਖਾ ਆਵੇ। ਸੋ ਉਹ ਕੰਮ ਹੈ ਵੀ ਆਤਮ ਨਿਰਭਰ ਵੀ ਹੈ ਕੰਮ, ਆਪਣੀ ਮਨਮਰਜ਼ੀ ਦੇ ਮਾਲਕ ਵੀ ਹੋ, ਕਮਾਈ ਵੀ ਹੋ ਰਹੀ ਹੈ, ਪਰਿਵਾਰ ਵੀ ਖੁਸ਼ ਹੈ, ਤੁਸੀਂ ਵੀ ਖੁਸ਼ ਹੋ। ਹਾਂਜੀ ਹਾਂਜੀ, ਇਹਦੇ 'ਚ ਇਹ ਵੀ ਹੈ ਨਾ ਜੀ, ਕਿਉਂਕਿ ਰਾਸ਼ਨ ਘਰ ਲਈ ਵੀ ਆਉਣਾ ਹੈ। ਹੁਣ ਇਹਦੇ 'ਚ ਰਾਸ਼ਨ ਆਉਂਦਾ ਤੇ ਘਰ ਦੇ ਰਾਸ਼ਨ ਦਾ ਸਰ ਜਾਂਦਾ ਹੈਗਾ, ਤੇ ਉਹ ਚੀਜ਼ ਉਹਦੇ 'ਚ ਕਵਰ ਹੋ ਜਾਂਦੀ ਆ। ਤੇ ਜਿਹੜਾ ਜਿਹੋ ਜਿਹਾ ਦੌਰ ਆ ਜੀ ਉਹਦੇ ਵਿੱਚ ਤੇ ਬੜੀ ਸਾਰੀ ਪ੍ਰੋਬਲਮ ਹੈ ਜੀ। ਇੱਥੇ ਗਰੀਬੀ ਰੇਖਾ ਜਿਹੜੀ ਉੜੀਸਾ ਵਾਲੀ ਲਾਗੂ ਹੁੰਦੀ ਹੈ ਜੀ, ਸਾਡੇ ਪੰਜਾਬ 'ਚ ਵੀ ਤੇ ਚੰਡੀਗੜ੍ਹ ਦੇ ਵਿੱਚ ਵੀ। ਮੇਰਾ ਘਰ ਟੁੱਟਿਆ ਹੋਇਆ ਜਿੱਥੇ ਸਾਡਾ ਪਿੰਡ ਦਾ ਮਕਾਨ ਹੈ, ਮੈਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਜਿਹੜਾ ਆਵਾਸ ਯੋਜਨਾ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਜੀ ਸ਼ਰਤ ਹੈ ਜੀ ਤੁਹਾਡੇ ਘਰ ਫਰਿੱਜ ਹੈ ਤਾਂ ਵੀ ਤੁਸੀਂ ਐਲੀਜੀਬਲ ਨਹੀਂ ਹੈਗੇ ਜੀ।
ਠੀਕ ਹੈ ਜੀ। ਮਤਲਬ ਅਸੀਂ ਫ੍ਰਿਜ ਹੈ ਤੇ ਅਸੀਂ ਮੋਟਰਸਾਈਕਲ ਜੀ ਨਹੀਂ ਹੈਗੇ, ਜਿਹੜਾ ਉਹਨਾਂ ਨੇ ਹੁਣ 112 ਨੰਬਰ ਦਿੱਤਾ ਸੀਗਾ ਹੈਲਪਲਾਈਨ ਵੀ, ਤੁਹਾਡੇ ਘਰੇ ਰਾਸ਼ਨ ਨਹੀਂ ਆ ਤਾਂ ਆ ਜਾਓ। ਹੁਣ ਰਾਸ਼ਨ ਦੇਖੋ ਜੀ, ਭੁੱਖਾ ਤਾਂ ਕੋਈ ਨਹੀਂ ਮਰਦਾ ਹੁੰਦਾ, ਖਾਸ ਤੌਰ ਤੇ ਪੰਜਾਬ ਅਗਰ ਇੰਡੀਅਨ ਸਟੇਟ ਹੈ, ਇੱਥੇ ਕੋਈ ਨਹੀਂ ਭੁੱਖਾ ਮਰਦਾ। ਜੇ ਭੁੱਖਾ ਮਰਨ ਦੀ ਗੱਲ ਹੋਵੇ ਤਾਂ ਸਾਡਿਆਂ ਨਾਲੋਂ ਜ਼ਿਆਦਾ ਤੁਸੀਂ ਦੇਖ ਸਕਦੇ ਵੀ ਜਿਹੜੇ ਵੈਂਡਰ ਹੈ ਉਹ ਪ੍ਰਵਾਸੀ ਮਜ਼ਦੂਰ ਨੇ, ਉਹ ਨਹੀਂ ਭੁੱਖੇ ਮਰਦੇ, ਤਾਂ ਪੰਜਾਬੀ ਕੀ ਭੁੱਖਾ ਨਹੀਂ ਕੋਈ ਮਰਦਾ ਹੁੰਦਾ। ਗੱਲ ਭੁੱਖੇ ਮਰਨ ਦੀ ਨਹੀਂ, ਗੱਲ ਤਾਂ ਕਿ ਜਿਹੜੀ ਤੁਹਾਡੀ ਪਹਿਲਾਂ ਲਾਈਫ ਚੱਲ ਰਹੀ ਸੀਗੀ, ਤੁਹਾਡੇ ਖਰਚੇ ਸੀਗੇ, ਉਹ ਤੁਸੀਂ ਕਿਵੇਂ ਚਲਾਉਣੇ ਹੈਗੇ ਆ, ਉਹ ਚੀਜ਼ ਸੀਗੀ। ਉਹ ਹਿੰਮਤ ਨਹੀਂ ਹਾਰਨੀ ਚਾਹੀਦੀ, ਇਨਸਾਨ ਨੂੰ ਕੰਮ ਕਰਨਾ ਚਾਹੀਦਾ। ਸੋ ਬਿਲਕੁਲ ਕਿਸੇ ਸ਼ਾਇਰ ਨੇ ਵੀ ਬਹੁਤ ਖੂਬਸੂਰਤ ਕਿਹਾ ਹੈ ਕਿ ਔਖੀ ਗੱਲ ਨਾ ਕੋਈ ਜਹਾਨ ਉੱਤੇ, ਤੇ ਹੁੰਦਾ ਕਰਨਾ ਸਦਾ ਆਰੰਭ ਔਖਾ, ਤੇ ਹੋਵੇ ਹੌਸਲਾ ਤੇ ਚੁੱਕ ਪਹਾੜ ਦਈਏ, ਤੇ ਬਿਨਾ ਹੌਸਲੇ ਚੁੱਕਣਾ ਖੰਭ ਔਖਾ। ਸੋ ਗੱਲ ਹੌਸਲੇ ਦੀ ਏ, ਗੱਲ ਮਿਹਨਤ ਕਰਨ ਦੀ ਏ। ਸੰਗਾਂ ਸ਼ਰਮਾਂ ਨੂੰ ਲੋਕ ਕੀ ਆਖਣਗੇ, ਇਹਨਾਂ ਗੱਲਾਂ ਨੂੰ ਪਰੇ ਛੱਡ ਕੇ ਮੈਦਾਨ 'ਚ ਨਿਤਰਨ ਦੀ ਏ, ਆਪਣੀ ਜ਼ਿੰਦਗੀ ਦੀ ਕਹਾਣੀ ਖੁਦ ਲਿਖਣ ਦੀ ਏ, ਜਿਵੇਂ ਕਹਿ ਲਈਏ ਕਿ ਆਤਮ ਨਿਰਭਰ ਬਣਨ ਦੀ ਏ। ਸੋ ਇਹ ਕਹਾਣੀਆਂ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਮਕਸਦ ਸਿਰਫ ਇਹੀ ਹੈ ਕਿ ਜੇਕਰ ਤੁਹਾਡੇ ਵੀ ਆਲੇ ਦੁਆਲੇ ਕੋਈ ਨਿਰਾਸ਼ਾ ਦੇ ਆਲਮ ਦੇ ਵਿੱਚ, ਜਾਂ ਫਿਰ ਤੁਸੀਂ ਖੁਦ ਹੋਵੋ, ਤੁਹਾਡਾ ਕੋਈ ਆਪਣਾ ਹੋਵੇ, ਤਾਂ ਉਹਦੇ ਤੱਕ ਇਹ ਕਹਾਣੀਆਂ ਪਹੁੰਚਾਓ ਕਿ ਇਹ ਦੌਰ ਨਿਰਾਸ਼ਾ ਵਾਲਾ ਜ਼ਰੂਰ ਹੈ, ਪਰ ਫਿਰ ਵੀ ਘਰੋਂ ਬਾਹਰ ਨਿਕਲਿਆ ਜਾਵੇ। ਹੱਥਾਂ ਦੇ ਉੱਤੇ ਸਰੋਂ ਜਿਹੜੀ ਹੈ ਜ਼ਰੂਰ ਉੱਗ ਸਕਦੀ ਹੈ, ਜੇਕਰ ਹੱਥਾਂ ਦੇ ਨਾਲ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਉਮੀਦ ਕਰਦੇ ਹਾਂ ਕਿ ਸਾਡੀ ਇਹ ਕੋਸ਼ਿਸ਼ ਤੇ ਸਨੀ ਸਿੰਘ ਹੋਣਾ ਦੀ ਇਹ ਕੋਸ਼ਿਸ਼ ਜਿਹੜੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਮੈਂ ਇੱਕ ਵਾਰ ਫਿਰ ਦੱਸਦਾ ਕਿ ਚੰਡੀਗੜ੍ਹ ਸ਼ਹਿਰ ਦੇ ਕੋਲ ਮੁੱਲਾਂਪੁਰ ਕਸਬਾ ਹੈ ਜੀ, ਜਿੱਥੇ ਸਨੀ ਸਿੰਘ ਹੋਣਾ ਦੀ ਇਹ ਗੱਡੀ ਤੇ ਨਾਨੀ ਦੇ ਹੱਥਾਂ ਦੇ ਕੜੀ ਚੌਲ, ਰਾਜਮਾ ਚੌਲ ਤੁਹਾਨੂੰ ਖਾਣ ਨੂੰ ਮਿਲਣਗੇ। ਸੋ ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ।